Good morning, students. Once again, welcome to my YouTube channel. Today, I am discuss about to the class 11th most important topic and practical part of class 11th accountancies. The chapter name is journal entries. This chapter is a basic concepts of the accountancy, which has been the first time the newcomers of the students after 10th class. We are learn about there what do you mean by the journal and what how can be a journal useful into the accountancy. Without wasting your time, we are starting from this session. Before starting this session, I will told you my all viewers subscribe my channel, just do it for a bright future and press bell icon for latest updation regarding my new video. Now I will start from there. The first is ਹਾਊ ਟੂ ਅਪਰੋਚ ਦੀ ਜਰਨਲ ਐਂਟਰੀ। ਜਰਨਲ ਐਂਟਰੀਜ਼ ਕਿਸ ਤਰੀਕੇ ਨਾਲ ਪਾਈਆਂ ਜਾਂਦੀਆਂ ਨੇ, ਜਰਨਲ ਐਂਟਰੀਆਂ ਕੀ ਹੁੰਦੀਆਂ ਨੇ, ਉਹਨੂੰ ਕਿਉਂ ਇੱਦਾਂ ਪਾਉਣਾ ਪੈਂਦਾ ਵਾ। ਅੱਜ ਅਸੀਂ ਇਹਦੇ ਇੱਕ ਦੋ ਕੁਐਸਚਨ ਬਾਰੇ ਵੀ ਡਿਸਕਸ ਕਰਾਂਗੇ, ਇਹਦੇ ਡੈਬਿਟ ਕ੍ਰੈਡਿਟ ਰੂਲ ਬਾਰੇ ਪੜ੍ਹਾਂਗੇ ਵੀ ਇਹ ਕੀ ਹੁੰਦਾ ਵਾ ਅਤੇ ਕਿਸ ਤਰੀਕੇ ਨਾਲ ਚੱਲਦਾ ਵਾ, ਉਹਦੇ ਬਾਰੇ ਸਾਰਾ ਕੁਝ ਡਿਸਕਸ ਕਰਾਂਗੇ। ਦੇਖੋ ਕੀ ਆ, ਜਰਨਲ ਇਜ਼ ਦੀ ਆ ਕੰਪਨੀਜ਼ ਆਫੀਸ਼ੀਅਲ ਬੁੱਕ ਇਨ ਵਿਚ ਆਲ ਦੀਆਂ ਟ੍ਰਾਂਜੈਕਸ਼ਨ ਆਰ ਰਿਕਾਰਡਡ ਇਨ ਚੈਰੋਲੋਜੀਕਲ ਆਰਡਰ। ਵੀ ਜਿਹੜੀ ਜਰਨਲ ਇੱਕ ਤਰ੍ਹਾਂ ਦੀ ਬੁੱਕ ਹੁੰਦੀ ਆ ਜਿਹਦੇ ਵਿੱਚ ਅਸੀਂ ਕੀ ਕਰਦੇ ਆ, ਕੋਈ ਵੀ ਕੰਪਨੀਆਂ ਜਿਹੜੀਆਂ ਨੇ ਉਹ ਆਪਣੀਆਂ ਜਰਨਲ ਐਂਟਰੀਆਂ ਦੇ ਵਿੱਚ ਪਾਉਂਦੀਆਂ ਨੇ। ਅੱਜ ਦੇ ਟਾਈਮ ਦੇ ਵਿੱਚ ਕੀ ਆ, ਅਕਾਊਂਟਿੰਗ ਸੌਫਟਵੇਅਰ ਬਣ ਰਹੇ ਨੇ ਜਿਹੜੇ ਕਿ ਆਪਣੇ ਆਪ ਹੀ ਜਰਨਲ ਨੂੰ ਪਾ ਦਿੰਦੇ ਆ ਅਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਮੈਚ ਹੋ ਜਾਂਦੀਆਂ ਨੇ। ਜਰਨਲ ਐਂਟਰੀਜ਼ ਦੇ ਵਿੱਚ ਰਿਕਾਰਡ ਕਰਨ ਦੇ ਲਈ ਸਾਨੂੰ ਇੱਕ ਡੈਬਿਟ ਅਤੇ ਇੱਕ ਕ੍ਰੈਡਿਟ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਡੈਬਿਟ ਐਂਡ ਕ੍ਰੈਡਿਟ। ਅਤੇ ਇਹ ਹਮੇਸ਼ਾ ਇਕੁਅਲ ਇੰਸ਼ੋਰ ਹੁੰਦੀਆਂ ਨੇ ਅਕਾਊਂਟਿੰਗ ਇਕੁਏਸ਼ਨ ਦੇ ਵਿੱਚ, ਇਹ ਜਾਣੀ ਕਿ ਇਕੁਅਲ ਸ਼ੋ ਕਰ ਦਿੰਦੀਆਂ ਸਾਨੂੰ ਐਸਟ ਇਜ਼ ਇਕੁਅਲ ਟੂ ਲਾਈਬਿਲਿਟੀ ਪਲੱਸ ਸ਼ੇਅਰ ਹੋਲਡਰਸ ਇਕੁਇਟੀ। ਤਾਂ ਇਹ ਚੀਜ਼ਾਂ ਸ਼ੋ ਕਰਦੀਆਂ ਨੇ ਅਤੇ ਉਹਦੇ ਵਿੱਚ ਜਿਹੜੀਆਂ ਐਂਟਰੀਜ਼ ਨੇ ਉਵੇਂ ਪਾਸ ਕੀਤੀਆਂ ਜਾਂਦੀਆਂ ਨੇ। ਇਹਦੇ ਵਿੱਚ ਚਾਰ ਮੇਨ ਫੰਡਾਮੈਂਟਲਸ ਹੁੰਦੇ ਆ। ਦੇਖੋ ਫਸਟ ਹੈਗਾ ਵਿਚ ਅਕਾਊਂਟਸ ਇਜ਼ ਅਫੈਕਟਡ ਬਾਈ ਦੀਆਂ ਟ੍ਰਾਂਜੈਕਸ਼ਨ। ਇਹ ਚੀਜ਼ ਯਾਦ ਰੱਖਣੀ ਆ ਵੀ ਕਿਹੜਾ ਅਕਾਊਂਟ ਜਿਹੜਾ ਵਾ ਜਦੋਂ ਅਸੀਂ ਜਰਨਲ ਐਂਟਰੀ ਪਾਸ ਕਰਦੇ ਹਾਂ ਤਾਂ ਕਿਹੜਾ ਅਕਾਊਂਟ ਇਹਦੇ ਨਾਲ ਇਫੈਕਟਡ ਹੁੰਦਾ ਵਾ, ਪਹਿਲਾਂ ਤੁਸੀਂ ਇਹ ਯਾਦ ਰੱਖਣਾ ਵਾ। ਦੂਜਾ ਕੀ ਹੁੰਦਾ ਵਾ, ਈਚ ਅਕਾਊਂਟਸ ਆਰ ਡਿਟਰਮਿਨ ਇਫ ਇਟ ਇਜ਼ ਅ ਇਨਕਰੀਜ਼ ਐਂਡ ਡਿਕਰੀਜ਼। ਕਹਿੰਦੇ ਇਹਦੇ ਵਿੱਚ ਸਾਨੂੰ ਅਕਾਊਂਟ ਦੇ ਵਿੱਚ ਇਹ ਪਤਾ ਲੱਗਣਾ ਚਾਹੀਦਾ ਵੀ ਕਿਹੜਾ ਅਕਾਊਂਟ ਕੀ ਹੋਇਆ, ਇਨਕਰੀਜ਼ ਹੋਇਆ ਅਤੇ ਕਿਹੜਾ ਅਕਾਊਂਟ ਡਿਕਰੀਜ਼ ਹੋਇਆ। ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਮੈਂਸ਼ਨ ਕਰਨੀਆਂ ਹੁੰਦੀਆਂ ਨੇ। ਨੈਕਸਟ ਹੈਗਾ ਵਾ ਫॉर ਈਚ ਆਫ ਦੀ ਅਕਾਊਂਟ ਡਿਟਰਮਿਨ ਹਾਊ ਮੱਚ ਇਟ ਇਜ਼ ਚੇਂਜਡ। ਫਿਰ ਇਹਦੇ ਵਿੱਚ ਇਹ ਚੀਜ਼ ਦੇਖਣੀ ਹੁੰਦੀ ਆ ਵੀ ਸਾਡੇ ਅਕਾਊਂਟ ਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਚੇਂਜ ਹੋਈ ਆ ਅਤੇ ਕਿਹੜੀ ਨਹੀਂ ਹੋਈ, ਉਹ ਚੀਜ਼ਾਂ ਸਾਰੀਆਂ ਇੱਥੇ ਮੇਜਰ ਕਰਨੀਆਂ ਹੁੰਦੀਆਂ ਨੇ। ਦੈਨ ਫੋਰਥ ਪਾਰਟ ਆਉਂਦਾ ਮੇਕ ਟੂ ਸ਼ਿਓਰ ਦੈਟ ਦੀ ਅਕਾਊਂਟਿੰਗ ਇਕੁਏਸ਼ਨ ਸਟੇ ਇਨ ਬੈਲੈਂਸ। ਹਮੇਸ਼ਾ ਇਹ ਚੀਜ਼ ਦੇਖਣੀ ਆ ਵੀ ਸਾਡੀ ਜਿਹੜੀ ਅਕਾਊਂਟਿੰਗ ਇਕੁਏਸ਼ਨ ਆ, ਜਿੰਨੀ ਅਮਾਊਂਟ ਨਾਲ ਅਸੀਂ ਕੋਈ ਵੀ ਚੀਜ਼ ਡੈਬਿਟ ਕਰਾਂਗੇ ਅਤੇ ਉਨੇ ਹੀ ਚੀਜ਼ ਨੂੰ ਕ੍ਰੈਡਿਟ ਕੀਤਾ ਜਾਵੇ, ਉਹ ਚੀਜ਼ਾਂ ਅਸੀਂ ਇੰਸ਼ੋਰ ਕਰਨੀਆਂ ਨੇ। ਆਈ ਹੋਪ ਤੁਹਾਨੂੰ ਸਮਝ ਆਇਆ ਹੋਊ। ਨਾਓ ਹੁਣ ਅਸੀਂ ਫਸਟ ਐਂਟਰੀ ਪਾਸ ਆਊਟ ਕਰਦੇ ਹਾਂ ਅਤੇ ਅਸੀਂ ਚੈੱਕ ਕਰਦੇ ਹਾਂ ਵੀ ਕੀ ਇਹਦੇ ਨਾਲ ਇਫੈਕਟ ਪੈਂਦਾ ਵਾ। ਦੇਖੋ ਪਹਿਲਾਂ ਕੀ ਆ, AB ਕੰਪਨੀ ਜਿਹੜੀ ਆ ਉਹਨੇ ਵਾਰਡ ਕੀਤਾ ਵਾ ਕਿੰਨੇ $3 ਲੱਖ ਫਰੋਮ ਟੂ ਦੀ ਬੈਂਕ, ਇਹਨੇ ਬੈਂਕ ਤੋਂ ਲਿਆ ਵਾ। ਤਾਂ ਇਹਦੇ ਵਿੱਚ ਜਿਹੜੇ ਅਕਾਊਂਟ ਇਫੈਕਟਡ ਹੋ ਰਹੇ ਨੇ ਉਹ ਕਿਹੜੇ ਕਿਹੜੇ ਨੇ। ਇਫੈਕਟਡ ਅਕਾਊਂਟ ਹੈਗਾ ਕੈਸ਼, ਵੀ ਸਾਡੇ ਕੋਲ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਆ, ਜਰਨਲ ਐਂਟਰੀ ਪਾਉਣ ਲੱਗੇ ਪਹਿਲੀ ਚੀਜ਼ ਇਹ ਯਾਦ ਰੱਖੋ ਵੀ ਤੁਹਾਡੇ ਕੋਲ ਕੀ ਆਇਆ। ਹੁਣ ਜੇਕਰ ਅਸੀਂ ਕਿਸੇ ਵੀ ਕੰਪਨੀ ਕੋਈ ਵੀ ਚੀਜ਼ ਆ ਲੋਨ ਲੈਂਦੀ ਆ ਕਿਸੇ ਵੀ ਕੰਪਨੀ ਤੋਂ, ਤਾਂ ਉਹਦੇ ਕੋਲ ਕੀ ਆਊਗਾ, ਉਹਦੇ ਕੋਲ ਕੀ ਆਏਗਾ, ਕੈਸ਼ ਆਏਗਾ। ਤਾਂ ਜਿਹੜੀ ਚੀਜ਼ ਉਹਦੇ ਕੋਲ ਆਉਂਦੀ ਹੁੰਦੀ ਆ ਉਹਨੂੰ ਹਮੇਸ਼ਾ ਡੈਬਿਟ ਕਰੋ, ਅਤੇ ਜਿਹੜੀ ਚੀਜ਼ ਉਹਦੇ ਕੋਲ ਜਾਂਦੀ ਆ ਜਾਂ ਜਿਹੜੀ ਚੀਜ਼ ਉਹਨੇ ਦੇਣੀ ਹੁੰਦੀ ਆ ਤਾਂ ਉਹਨੂੰ ਅਕਾਊਂਟ ਹਮੇਸ਼ਾ ਕ੍ਰੈਡਿਟ ਕਰੋ। ਤਾਂ ਜਿਹੜੀ ਕੈਸ਼ ਆ ਉਹ ਕੀ ਆ, ਐਸਡ ਆ। ਵੀ ਜਿਹੜੀ ਕੀ ਆ ਇੱਕ ਬੰਦੇ ਕੋਲ ਐਸਡ ਆ ਗਈ, ਕੰਪਨੀ AB ਕੋਲ ਉਹਦੇ ਕੋਲ ਕੈਸ਼ ਆ ਗਿਆ ਜਦੋਂ ਉਹਨੇ ਲੋਨ ਲਿਆ, ਤਾਂ ਲੋਨ ਪੇਏਬਲ ਉਹਦੀ ਕੀ ਆ, ਦੇਣਦਾਰੀ ਜਾਣੀ ਕਿ ਲਾਈਬਿਲਿਟੀ। ਤਾਂ ਹੁਣ ਉਹਦੀ ਐਸਡ ਅਤੇ ਲਾਈਬਿਲਿਟੀਆਂ ਦੋ ਹੀ ਇਕੁਅਲ ਨੇ, ਤਾਂ ਇਹ ਸਾਡੇ ਕੀ ਆ ਇੱਕ ਮੈਚਿੰਗ ਕਨਸੈਪਟ ਹੋ ਗਿਆ। ਤਾਂ ਕਰਕੇ ਅਕਾਊਂਟਿੰਗ ਨੂੰ ਕਿਹਾ ਜਾਂਦਾ ਵੀ ਅਸੀਂ ਕੀ ਆ ਉਹਦੇ ਵਿੱਚ ਜਿਹੜੀਆਂ ਅਕਾਊਂਟਿੰਗ ਇਕੁਏਸ਼ਨ ਹੋਣਗੀਆਂ ਸਟੇ ਇਨ ਬੈਲੈਂਸ, ਉਹ ਹਮੇਸ਼ਾ ਬੈਲੈਂਸ ਸ਼ੋ ਕਰਨਗੀਆਂ। ਇਹ ਚੌਥੇ ਪੁਆਇੰਟ ਤਾਂ ਇਹ ਤੋਂ ਆਨਸਰ ਪਤਾ ਲੱਗਦਾ ਵਾ। ਦੇਖੋ ਹੁਣ ਕੀ ਆ ਕਿਹਾ ਉਹਨਾਂ ਨੇ ਵੀ ਕੈਸ਼ ਜਿਹੜਾ ਵਾ ਇਨਕਰੀਜ਼ ਕਰ ਗਿਆ ਕਿਉਂਕਿ ਕੰਪਨੀ ਕੀ ਆ ਗੋਇੰਗ ਟੂ ਦੀ ਕੈਸ਼, ਵੀ ਉਹਨੂੰ ਕੈਸ਼ ਸਾਰੀਆਂ ਚੀਜ਼ਾਂ ਮਿਲ ਰਹੀਆਂ ਨੇ ਤਾਂ ਕਰਕੇ ਉਹ ਕੀ ਕਰ ਰਹੀ ਹੈ, ਕੈਸ਼ ਗੇਨ ਕਰ ਰਹੀ ਹੈ। ਅਤੇ ਕੈਸ਼ ਕੀ ਹੋਏਗਾ, ਉਹਦਾ ਵੱਧੇਗਾ ਕਿਉਂਕਿ ਜਿਹੜਾ ਕੈਸ਼ ਆ ਉਹਨੂੰ ਬੈਂਕ ਤੋਂ ਮਿਲੇਗਾ, ਤਾਂ ਅਸੀਂ ਉਹਦਾ ਅਕਾਊਂਟ ਡੈਬਿਟ ਕਰ ਲੈਣਾ ਵਾ। ਲੋਨ ਕੀ ਆ ਉਹਨੇ ਪੇਏਬਲ ਕਰਨਾ ਇਨਕਰੀਜ਼ ਆਫ ਦੀ ਕੰਪਨੀਜ਼ ਬਿਕੋਜ਼ ਇਹ ਇਨਕਰੀਜ਼ ਕਰ ਦਿੰਦੀ ਆ ਉਹਦੀ ਦੇਣਦਾਰੀਆਂ। ਲਾਈਬਿਲਿਟੀ ਦਾ ਮਤਲਬ ਵੀ ਦੇਣਦਾਰੀਆਂ, ਵੀ ਉਹਨੂੰ ਕੀ ਆ ਇਹ ਚੀਜ਼ਾਂ ਪੈਸੇ ਪੇ ਬੈਕ ਕਰਨੇ ਪੈਣਗੇ ਜਦੋਂ ਇੱਕ ਸਰਟਨ ਟਾਈਮ ਆਏਗਾ। ਤਾਂ ਹੁਣ ਇਹਦੇ ਵਿੱਚ ਇਕੁਏਸ਼ਨ ਦੇਖੋ ਕੀ ਬਣੀ ਹੋਈ ਆ, L ਪਲੱਸ SC ਜਾਣੀ ਕਿ ਐਸਡ ਇਜ਼ ਇਕੁਅਲ ਟੂ ਲਾਈਬਿਲਿਟੀ ਦੈਨ ਪਲੱਸ ਸ਼ੇਅਰ ਹੋਲਡਰ ਫੰਡਸ ਜਾਂ ਸ਼ੇਅਰ ਹੋਲਡਰ ਇਕੁਇਟੀਜ਼। ਤਾਂ ਇਹਨਾਂ ਦੋਹਾਂ ਦਾ ਪਲੱਸ ਐਸਡ ਦੇ ਬਰਾਬਰ ਆਏਗਾ। ਤਾਂ ਹੁਣ ਉਹ ਚੀਜ਼ ਨੂੰ ਇਕੁਏਸ਼ਨ ਕੀਤੀ ਗਈ ਆ। ਹੁਣ ਦੇਖੋ ਜਰਨਲ ਐਂਟਰੀ ਪਾਸ ਆਊਟ ਹੋ ਰਹੀ ਆ, ਡੈਬਿਟ ਵਟ ਕਮਜ਼ ਇਨ, ਵੀ ਜਿਹੜੀ ਚੀਜ਼ ਆ ਰਹੀ ਆ ਉਹਨੂੰ ਡੈਬਿਟ ਕਰ ਲਓ। ਦੇਖੋ ਕੈਸ਼ ਆ ਰਿਹਾ ਸਾਡੇ ਕੋਲ, ਕੈਸ਼ ਅਕਾਊਂਟ ਡੈਬਿਟ 3 ਲੱਖ ਦੇ ਨਾਲ। ਦੈਨ ਫਿਰ ਆਏਗਾ ਇਹਦੇ ਵਿੱਚ ਇੱਦਾਂ ਲਾਈਨਸ ਮਾਰੀਆਂ ਹੁੰਦੀਆਂ ਨੇ ਤਾਂ ਉਹ ਲਾਈਨਸ ਤੁਸੀਂ ਮਾਰ ਲੈਣੀਆਂ ਨੇ। ਦੈਨ ਹੈਗਾ ਵਾ ਟੂ ਬੈਂਕਸ ਲੋਨ ਟੂ ਪੇਏਬਲ, ਵੀ ਅਸੀਂ ਜਿਹੜਾ ਬੈਂਕ ਲੋਨ ਜਿਹਨੂੰ ਪੇ ਕਰਨਾ ਵਾ ਯਾਨੀ ਕਿ ਸਾਡੇ ਜਿਹੜੇ ਪੈਸੇ ਨੇ ਕਿਹਨੂੰ ਦਿੱਤੇ ਜਾਣਗੇ, ਬੈਂਕ ਲੋਨ ਨੂੰ ਦਿੱਤੇ ਜਾਣਗੇ, ਤਾਂ ਉਹ 3 ਲੱਖ ਕ੍ਰੈਡਿਟ ਸਾਈਡ ਪਾ ਲੈਣਾ। ਆਈ ਹੋਪ ਇਹ ਸਮਝ ਆਇਆ ਹੋਊਗਾ ਫਸਟ ਐਂਟਰੀ। ਨੈਕਸਟ ਦੇਖੋ ਹੋਰ ਐਗਜ਼ਾਮਪਲ ਆ,
ਦੇਖੋ ਹੁਣ ਪਰਚੇਜ਼ ਆਫ ਦੀ ਇਕਵਿਪਮੈਂਟ ਆਫ ਦੀ ਜਰਨਲ ਐਂਟਰੀ ਆਫ ਦੀ 6.5 ਲੱਖ ਇਨ ਕੈਸ਼। ਹੁਣ ਤੁਹਾਡੇ ਕੋਲੋਂ ਕੀ ਆ, ਤੁਸੀਂ ਇੱਕ ਚੀਜ਼ ਲਈ ਆ, ਇਕਵਿਪਮੈਂਟ ਲਿਆ, ਇਕਵਿਪਮੈਂਟ ਦੇ ਵਿੱਚ ਕੁਝ ਵੀ ਆ ਸਕਦਾ, ਮਸ਼ੀਨਰੀ ਹੋ ਸਕਦੀ ਹੈ ਜਾਂ ਕੋਈ ਟੂਲ ਹੋ ਸਕਦਾ ਵਾ, ਤਾਂ ਤੁਸੀਂ ਉਹ ਚੀਜ਼ ਪਰਚੇਜ਼ ਕੀਤੀ ਆ, ਅਤੇ ਤੁਸੀਂ ਪਰਚੇਜ਼ ਜਦੋਂ ਕੋਈ ਚੀਜ਼ ਕਰਦੇ ਹੋ ਤਾਂ ਤੁਹਾਡੇ ਕੋਲ ਕੀ ਜਾਏਗਾ, ਕੈਸ਼ ਤੁਹਾਡੇ ਹੱਥ 'ਚੋਂ ਨਿਕਲ ਜਾਏਗਾ। ਤਾਂ ਇਸ ਦਾ ਮਤਲਬ ਕੀ ਆ ਵੀ ਸਾਡੇ ਕੋਲੋਂ ਕੈਸ਼ ਗਿਆ ਤਾਂ ਕੀ ਚੀਜ਼ ਆਈ, ਮੇਰੇ ਕੋਲ ਇਕਵਿਪਮੈਂਟ ਆਈ, ਤਾਂ ਮੈਂ ਕੀ ਡੈਬਿਟ ਕਰੂੰਗਾ, ਇਕਵਿਪਮੈਂਟ ਅਕਾਊਂਟ ਡੈਬਿਟ 650 ਟੂ ਕੈਸ਼, ਵੀ ਜਾਣੀ ਕਿ ਮੈਂ ਕੀ ਲਿਆ, ਉਹ ਕੈਸ਼ ਦੇ ਵਿੱਚੋਂ ਲੈ ਲਿਆ ਤਾਂ ਉਹਨੂੰ ਕਰ ਲੈਣਾ ਕ੍ਰੈਡਿਟ, ਤਾਂ ਇਹ ਐਂਟਰੀ ਪੈ ਗਈ। ਨੈਕਸਟ ਦੇਖੋ ਕੀ ਆ, ਪਰਚੇਜ਼ ਇਨਵੈਂਟਰੀ ਆਫ ਦੀ ਜਰਨਲ ਐਂਟਰੀ ਇਜ਼ ਪਰਚੇਜ਼ ਇਨਵੈਂਟਰੀ ਇਜ਼ 90,000 ਫॉर 10,000 ਇਨ ਦੀ ਕੈਸ਼ ਐਂਡ ਰਿਮੇਨਿੰਗ ਇਜ਼ ਦੈਨ 80,000 ਇਜ਼ ਅਕਾਊਂਟ। ਹੁਣ ਇਹਦੇ ਵਿੱਚ ਦੇਖੋ ਕੀ ਬਣਾਇਆ ਵਾ ਇਹਨਾਂ ਨੇ, ਉਹ ਕਹਿੰਦਾ ਜੀ ਉਹਨੇ 90,000 ਦਾ ਇੱਕ ਸਟਾਕ ਜਿਹੜਾ ਸੀ ਉਹ ਲਿਆ, ਉਹਦੇ ਵਿੱਚ ਉਹਨੇ 10,000 ਕੀ ਹੈ ਕੈਸ਼ ਦੇ ਦਿੱਤਾ। ਤਾਂ ਇਹਦੇ ਵਿੱਚ ਉਹਨੇ, ਮੈਂ ਤੁਹਾਨੂੰ ਕਿਹਾ ਸੀ ਜਿਹੜੀ ਚੀਜ਼ ਗਈ ਉਹਨੂੰ ਕ੍ਰੈਡਿਟ ਕਰੋ, ਤਾਂ ਉਹਨੇ ਕ੍ਰੈਡਿਟ ਕਰ ਲਿਆ 10,000, ਉਹਦੇ ਕੋਲ ਕੀ ਆਇਆ, ਇਨਵੈਂਟਰੀ ਯਾਨੀ ਕਿ ਸਟਾਕ ਆਇਆ, ਉਹਨੇ ਅਕਾਊਂਟ ਉਹਦਾ ਡੈਬਿਟ ਕੀਤਾ। ਅਤੇ ਉਹ ਕਹਿੰਦਾ ਵੀ ਜਿਹੜਾ 80,000 ਆ ਹਲੇ ਉਹਨੇ ਦਿੱਤਾ ਨਹੀਂ, ਯਾਨੀ ਕਿ ਉਹਨੂੰ ਦੇਏਗਾ, ਤਾਂ 80,000 ਉਹਦਾ ਕੀ ਹੋਏਗਾ, ਲਾਈਬਿਲਿਟੀ। ਤਾਂ ਉਹਨੂੰ ਕੀ ਲਿਖੇਗਾ, ਅਕਾਊਂਟ ਪੇਬਲ, ਵੀ ਮੇਰੇ ਕੋਲ ਕੀ ਆ ਹਲੇ ਇਹ ਪੈਸੇ ਮੈਂ ਕਿਹਨੂੰ, ਕਿਸੇ ਪਰਸਨ ਨੂੰ ਦੇਣੇ ਆ। ਜੇਕਰ ਇੱਥੇ ਨਾਮ ਆ ਜਾਂਦਾ ਉਸ ਪਰਸਨ ਦਾ ਤਾਂ ਅਸੀਂ ਬਿੱਲ ਪੇਬਲ ਦੀ ਜਗ੍ਹਾ ਉੱਤੇ ਉਹਦਾ ਨਾਮ ਲਿਖ ਦਿੰਦੇ, ਮੰਨ ਲਓ ਵੀ ਰਾਮ ਹੁੰਦਾ ਤਾਂ ਫਿਰ ਇੱਥੇ ਕੀ ਲਿਖ ਦਿੰਦੇ, ਰਾਮਸ ਅਕਾਊਂਟ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ। ਦੇਖੋ ਫਿਰ ਨੈਕਸਟ ਜਿਹੜੀ ਐਂਟਰੀ ਆ, ਫੋਰਥ ਐਂਟਰੀ ਆ, ਉਹ ਦੇਖੋ ਅਕਵਾਇਰਡ ਦੀ ਆ ਲੈਂਡ, ਜਰਨਲ ਐਂਟਰੀ ਪਾਸ ਕਰਨੀ ਆ ਵੀ ਜਿਹੜੀ ਲੈਂਡ ਆ ਉਹ 50,000 ਦੀ ਆ ਐਂਡ ਜਿਹੜੀ ਬਿਲਡਿੰਗ ਆ ਉਹ 4 ਲੱਖ ਦੀ ਆ। ਅਤੇ ਤੁਸੀਂ ਕੀ ਕੀਤਾ, 1 ਲੱਖ ਜਿਹੜਾ ਵਾ ਉਹ ਕੈਸ਼ ਪੇ ਕੀਤਾ, ਅਤੇ ਬਾਕੀ ਤੁਸੀਂ ਨੋਟ ਡਾਊਨ ਕਰਨਾ ਪੇਬਲ ਦੇ ਵਿੱਚ, ਯਾਨੀ ਕਿ ਜਿਹੜਾ ਬੈਲੈਂਸ ਰਹਿ ਗਿਆ ਉਹਨੂੰ ਤੁਸੀਂ ਨੋਟ ਪੇਬਲ ਦੇ ਵਿੱਚ ਨੋਟ ਕਰ ਲੈਣਾ ਵੀ ਤੁਸੀਂ ਇਹਦੇ ਪੈਸੇ ਹਲੇ ਦੇਣੇ ਆ। ਦੈਨ ਇਹਦੇ ਵਿੱਚ ਤੁਹਾਨੂੰ ਕੀ ਦਿੱਤਾ ਹੋਇਆ, ਦੇਖੋ ਲੈਂਡ ਤੁਹਾਡੇ ਕੋਲ ਆਈ, ਜ਼ਮੀਨ ਲਈ, ਉਹਦਾ ਅਕਾਊਂਟ ਡੈਬਿਟ, ਫਿਰ ਤੁਸੀਂ ਇੱਕ ਬਿਲਡਿੰਗ ਵੀ ਲਈ, ਉਹਦਾ ਅਕਾਊਂਟ ਡੈਬਿਟ, ਤਾਂ 4.5 ਲੱਖ ਰੁਪਈਆ ਹੋ ਗਿਆ। ਕ੍ਰੈਡਿਟ ਕੀ ਕਰੋਗੇ, ਪਹਿਲਾਂ ਕੈਸ਼ 1 ਲੱਖ ਦੇ ਨਾਲ, 1 ਲੱਖ ਰੁਪਈਆ ਜਿਹੜਾ ਤੁਸੀਂ ਕੈਸ਼ ਦਿੱਤਾ ਤਾਂ ਉਹਨੂੰ ਅਕਾਊਂਟ ਤੁਸੀਂ ਕੀ ਕਰੋਗੇ, ਕ੍ਰੈਡਿਟ। ਦੈਨ ਟੂ ਅਕਾਊਂਟ ਪੇਬਲ, ਜਿਹਨੂੰ ਪੈਸੇ ਹਲੇ ਦੇਣੇ ਆ, ਜੇਕਰ ਇੱਥੇ ਬੰਦੇ ਦਾ ਨਾਮ ਹੁੰਦਾ ਤਾਂ ਪਰਸਨ ਦਾ ਨਾਮ ਆ ਜਾਂਦਾ, ਬਟ ਇੱਥੇ ਪਰਸਨ ਦਾ ਨਾਮ ਨਹੀਂ ਦਿੱਤਾ ਅਤੇ ਉਹਨੇ ਸਾਨੂੰ ਕਿਹਾ ਵੀ ਨੋਟ ਪੇਬਲ ਅਕਾਊਂਟ ਦੇ ਵਿੱਚ ਪਾਉਣਾ ਵਾ, ਤਾਂ ਇੱਥੇ ਕੀ ਆਏਗਾ, 3.5 ਲੱਖ ਰੁਪਈਆ ਇੱਥੇ ਆ ਜਾਏਗਾ। ਇਹਦਾ ਟੋਟਲ ਕਰੋਗੇ ਤਾਂ ਕਿੰਨਾ ਬਣੇਗਾ, 4.5 ਲੱਖ, ਅਤੇ ਇਹਦਾ ਵੀ ਟੋਟਲ ਕਰੋਗੇ ਤਾਂ ਕਿੰਨਾ ਬਣੇਗਾ, 450 ਲੱਖ ਬਣ ਜਾਏਗਾ। ਆਈ ਹੋਪ ਤੁਹਾਨੂੰ ਸਮਝ ਆਏਗਾ ਹੁਣ। ਨੈਕਸਟ ਦੇਖੋ ਇੱਕ ਐਂਟਰੀ ਸ਼ੋਅ ਕੀਤੀ ਗਈ ਆ ਮੇਰੇ ਦੁਆਰਾ, ਅਤੇ ਤੁਸੀਂ ਉਹ ਐਂਟਰੀਜ਼ ਨੂੰ ਪੜ੍ਹਨਾ ਵਾ, ਅਤੇ ਅਸੀਂ ਇਹ ਇਕੱਲੀ ਐਂਟਰੀਆਂ ਜਿਹੜੀਆਂ ਨੇ ਉਹ ਪਾਉਣੀਆਂ ਨੇ, ਅਤੇ ਟਰਾਈ ਕਰਨੀ ਆ ਵੀ ਤੁਸੀਂ ਮੇਰੀ ਵੀਡੀਓ ਪਾਊਜ਼ ਕਰਕੇ ਇਹ ਐਂਟਰੀਆਂ ਆਪਣੇ ਅਕੋਰਡਿੰਗ ਆਪਣੇ ਆਪ ਪਾਉਣ ਦੀ ਕੋਸ਼ਿਸ਼ ਕਰਿਓ, ਅਤੇ ਉਹਨੂੰ ਫਿਰ ਅਸੀਂ ਜਿਹੜੀਆਂ ਨੇ ਉਹ ਜਰਨਲ ਐਂਟਰੀਆਂ ਉੱਥੇ ਸ਼ੋਅ ਕਰੂੰਗਾ ਮੈਂ, ਇੱਕ ਐਂਟਰੀ ਇੱਥੇ ਪੜ੍ਹਾ ਕੇ ਫਿਰ ਉਦੋਂ ਬਾਅਦ ਉਹਨੂੰ ਸ਼ੋਅ ਕਰਾਂਗੇ। ਦੇਖੋ ਕੀ ਕਹਿ ਰਿਹਾ ਵੀ ਇੱਕ ਕੰਪਨੀ ਸੀਗੀ AB, ਉਹਨੇ ਇਨਕੋਰਪੋਰੇਟ ਕੀਤਾ, ਯਾਨੀ ਕਿ ਉਹ ਰਜਿਸਟਰਡ ਹੋਈ ਆ 1 ਜਨਵਰੀ 2020 ਨੂੰ। ਉਹਦੀ ਇਨੀਸ਼ੀਅਲ ਕੈਪੀਟਲ ਜਿਹੜੀ ਆ ਉਹ ਕੀ ਆ, 5 ਲੱਖ ਸ਼ੇਅਰ ਆ, ਕਾਮਨ ਸਟਾਕ ਹੈਵਿੰਗ 20 ਰੁਪੀਜ਼, ਵੀ ਜਾਣੀ ਕਿ ਉਹਦੀ ਕੈਪੀਟਲ ਆ ਰਹੀ ਹੈ, ਜਾਣੀ ਕਿ ਉਹਨੇ ਪੈਸਾ ਲਾਇਆ। ਜਦੋਂ ਪੈਸਾ ਲਾਉਂਦਾ ਹੁੰਦਾ ਤਾਂ ਉਹਦੀ ਵੀ ਐਂਟਰੀ ਪੈਂਦੀ ਹੁੰਦੀ ਆ, ਅਤੇ ਉਹ ਕੀ ਆ 20 ਰੁਪਏ ਸ਼ੇਅਰ ਦੇ ਆ, ਪਰ ਸ਼ੇਅਰ ਆ, ਤਾਂ ਅਸੀਂ ਉਹਦੀ ਵੀ ਜਰਨਲ ਐਂਟਰੀ ਪਾਵਾਂਗੇ। ਦੇਖੋ ਹੁਣ ਉਹਦੀ ਜਰਨਲ ਐਂਟਰੀ ਕੀ ਪਊਗੀ, ਜਦੋਂ ਅਸੀਂ ਕਿਸੇ ਨੂੰ ਕੋਈ ਵੀ ਚੀਜ਼ ਇਸ਼ੂ ਕਰਦੇ ਹਾਂ ਤਾਂ ਉਹਦੀ ਐਂਟਰੀ ਪੈਂਦੀ ਹੁੰਦੀ ਆ, ਕੀ ਪਏਗੀ, ਕੈਸ਼ ਅਕਾਊਂਟ, ਵੀ ਮੇਰੇ ਕੋਲ ਕੀ ਆ, ਕੈਸ਼ ਆਇਆ, ਤਾਂ ਮੈਂ ਕੈਸ਼ ਅਕਾਊਂਟ ਪਾ ਲੂੰਗਾ। ਕਿੰਨਾ ਆਇਆ, ਦੇਖੋ 5,000 ਮਲਟੀਪਲਾਈ ਬਾਈ 20, ਤਾਂ ਉਹਨੂੰ 20 ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡਾ ਕਿੰਨਾ ਆਏਗਾ, 1 ਲੱਖ ਰੁਪਈਜ਼ ਆ ਜਾਏਗਾ, ਕਿਉਂਕਿ ਇੱਕ ਸ਼ੇਅਰ ਦੀ ਵੈਲਿਊ ਕਿੰਨੀ ਸੀਗੀ, 20 ਰੁਪਈਜ਼ ਸੀ, ਅਤੇ 5,000 ਤੁਹਾਡੇ ਜਿਹੜੇ ਸ਼ੇਅਰ ਸੀਗੇ। ਤਾਂ ਤੁਸੀਂ ਕੀ ਲਿਖੋਗੇ, ਕੈਸ਼ ਅਕਾਊਂਟ ਡੈਬਿਟ ਟੂ ਸਟਾਕ, ਤਾਂ ਉੱਥੇ ਕੀ ਲਿਖੋਗੇ, ਕਾਮਨ ਸਟਾਕ ਆ ਜਾਏਗਾ ਕਿ ਇਹ ਤੁਸੀਂ ਕਾਮਨ ਸਟਾਕ ਦੇ ਵਿੱਚ ਲਿਆ ਵਾ। ਨੈਕਸਟ ਦੇਖੋ ਐਂਟਰੀ ਕੀ ਪਏਗੀ, ਕਹਿੰਦੇ ਜੀ ਐਨ ਅਮਾਊਂਟ ਆਫ 36,000 ਵਾਸ ਪੇਡ ਇਨ ਐਡਵਾਂਸ ਐਜ਼ ਏ ਰੈਂਟ ਆਫ 3 ਈਅਰਸ। ਹੁਣ ਤੁਸੀਂ ਕੀ ਆ, ਕਿਸੇ ਨੂੰ ਰੈਂਟ ਪੇ ਕੀਤਾ, ਤਾਂ ਇਸ ਦਾ ਮਤਲਬ ਕੀ ਆ, ਤੁਹਾਡੇ ਕੋਲੋਂ ਕੈਸ਼ ਜਿਹੜਾ ਵਾ ਉਹ ਚਲੇ ਜਾਏਗਾ, ਪਰ ਇਹ ਰੈਂਟ ਕਿਵੇਂ ਪੇ ਕੀਤਾ ਵਾ, ਐਡਵਾਂਸ ਦੇ ਵਿੱਚ। ਤਾਂ ਤੁਸੀਂ ਕੀ ਕਰੋਗੇ, ਕਿਉਂਕਿ ਤੁਹਾਡੇ ਕੋਲੋਂ ਕੈਸ਼ ਗਿਆ ਤਾਂ ਉੱਥੇ ਤੁਸੀਂ ਕੀ ਲਿਖੋਗੇ, ਕੈਸ਼ ਅਕਾਊਂਟ ਟੂ ਲਿਖੋਗੇ, ਟੂ ਕੈਸ਼ ਯਾਨੀ ਕਿ ਕ੍ਰੈਡਿਟ ਸਾਈਡ, ਅਤੇ ਡੈਬਿਟ ਸਾਈਡ ਕੀ ਲਿਖੋਗੇ, ਐਡਵਾਂਸ ਰੈਂਟ। ਆ ਦੇਖੋ ਜੀ, ਜਾਂ ਪ੍ਰੀਪੇਡ ਰੈਂਟ ਲਿਖ ਲਓਗੇ, ਪ੍ਰੀਪੇਡ ਰੈਂਟ ਅਕਾਊਂਟ ਡੈਬਿਟ ਟੂ ਕੈਸ਼, ਤਾਂ ਇੱਥੇ ਕੈਸ਼ ਕ੍ਰੈਡਿਟ ਸਾਈਡ ਆ ਜਾਏਗਾ, ਤਾਂ ਅਮਾਊਂਟ ਕਿੰਨੀ ਆਏਗੀ, 36,000। ਆਈ ਹੋਪ ਤੁਹਾਨੂੰ ਦਿਖ ਰਿਹਾ ਹੋਊਗਾ, ਲਾਈਨ ਇੱਦਾਂ ਦੀ ਮਾਰਨੀਆਂ ਹੋਣਗੀਆਂ, ਤੁਸੀਂ ਆਪਣੇ ਕਾਪੀ ਦੇ ਉੱਤੇ ਲਾਈਨ ਜ਼ਰੂਰ ਮਾਰ ਸਕਦੇ ਹੋ, ਅਤੇ ਇਸ ਤਰੀਕੇ ਨਾਲ ਇਹ ਚੀਜ਼ਾਂ ਚੱਲਦੀਆਂ ਨੇ। ਨੈਕਸਟ ਦੇਖੋ ਕੀ ਆ, 3 ਜੂਨ ਨੂੰ ਕਹਿੰਦੇ, 3 ਜਨਵਰੀ ਨੂੰ ਕਹਿੰਦੇ ਜੀ ਜਿਹੜੇ ਪੇਡ ਅਪ ਕੈਪੀਟਲ ਆ ਉਹ ਕਿੰਨੀ ਆ, ਪੇਡ ਕੀਤਾ ਉਹਨੇ 60,000 ਐਜ਼ ਏ ਕੈਸ਼ ਆਫ ਪਰਚੇਜ਼ ਆਫ ਇਕਵਿਪਮੈਂਟ। ਕੋਈ ਇੱਕ ਇਕਵਿਪਮੈਂਟ ਪਰਚੇਜ਼ ਕੀਤਾ, ਉਹਦੇ 60,000 ਤੁਸੀਂ ਕੀ ਕੀਤਾ, ਕੈਸ਼ ਦੇਤਾ, ਪਰ ਉਹਦੀ ਅਸਲੀ ਜਿਹੜੀ ਖਰਚਾ ਸੀਗਾ ਉਹ ਕਿੰਨਾ ਸੀ, 80,000 ਸੀਗਾ। ਤਾਂ ਤੁਸੀਂ ਕੀ ਕਰਨਾ ਵਾ, ਉਹਦੀ ਐਂਟਰੀ ਪਾ ਕੇ ਤੁਸੀਂ
ਦੱਸਣਾ ਵਾ ਵੀ ਇਹਦੇ ਵਿੱਚ ਕਿਵੇਂ ਐਂਟਰੀ ਪਊਗੀ। ਹੁਣ ਦੇਖੋ ਮੈਂ ਇਕਵਿਪਮੈਂਟ ਲਿਆ ਤਾਂ ਮੇਰੇ ਕੋਲ ਕੀ ਆ, ਇੱਕ ਚੀਜ਼ ਆਈ ਆ, ਮੈਂ ਪਰਚੇਸ ਕੀਤੀ ਆ ਤਾਂ ਮੇਰੇ ਕੋਲ ਚੀਜ਼ ਆਈ ਆ, ਕੀ ਆਇਆ ਇਕਵਿਪਮੈਂਟ। ਤਾਂ ਮੈਂ ਕੀ ਕਰੂੰਗਾ, ਇਕਵਿਪਮੈਂਟ ਅਕਾਊਂਟ ਡੈਬਿਟ ਕਰੂੰਗਾ ਅਤੇ ਮੇਰੇ ਕੋਲੋਂ ਕੈਸ਼ ਗਿਆ, ਕਿੰਨਾ ਗਿਆ 60,000। ਤਾਂ ਮੈਂ ਉਹਨੂੰ ਲਿਖ ਦੂੰਗਾ ਟੂ ਕੈਸ਼, ਯਾਨੀ ਕਿ ਕ੍ਰੈਡਿਟ ਸਾਈਡ। ਆ ਦੇਖੋ ਜੀ ਪੈ ਗਿਆ। ਅਤੇ 20,000 ਮੇਰੇ ਪੈਸੇ ਰਹਿੰਦੇ ਆ ਤਾਂ ਮੈਂ ਉਹਨੂੰ ਲਿਖ ਲੂੰਗਾ ਨੋਟ ਪੇਬਲ, ਵੀ ਇਹ ਪੈਸੇ ਮੈਂ ਕੀ ਆ ਦੇਣੇ ਆ। ਤਾਂ 20,000 ਇੱਥੇ ਆ ਜਾਏਗਾ ਤਾਂ ਟੋਟਲ ਅਮਾਊਂਟ ਕਿੰਨੀ ਬਣ ਜਾਏਗੀ 60,000, 80,000 ਟੋਟਲ ਬਣ ਜਾਏਗੀ। ਆਈ ਹੋਪ ਤੁਹਾਨੂੰ ਸਮਝ ਆਇਆ ਹੋਊ, ਕਿਉਂਕਿ ਮੂਵਮੈਂਟ ਕਿੰਨੀ ਦੀ ਸੀਗੀ 80,000 ਦੀ ਸੀਗੀ। ਮੈਂ 60,000 ਉਹਨੂੰ ਕੈਸ਼ ਪੇ ਕੀਤਾ ਤਾਂ ਮੈਂ ਉਹ ਲਿਖਤਾ, ਅਤੇ ਫਿਰ ਜਿਹੜਾ ਪੈਸਾ ਰਹਿ ਗਿਆ ਮੈਂ ਉਹਨੂੰ ਕੀ ਕੀਤਾ, ਨੋਟ ਪੇਬਲ ਦੇ ਵਿੱਚ ਪਾ ਲਿਆ। ਨੈਕਸਟ ਹੈ ਸਾਡੇ ਕੋਲ 4 ਜਨਵਰੀ ਦੀ ਐਂਟਰੀ, ਵੀ ਪਰਚੇਸ ਦੀ ਆ ਆਫਿਸ ਸਪਲਾਈਜ਼ ਕਾਸਟ 7,600। ਤਾਂ ਇਹ ਕੀ ਆ, ਅਸੀਂ ਇੱਕ ਆਫਿਸ ਜਿਹੜਾ ਸਪਲਾਈ ਆ ਉਹ ਪਰਚੇਸ ਕੀਤਾ ਅਤੇ ਉਹਦੇ 17,600 ਰੁਪਇਆ ਦੇਤਾ, ਯਾਨੀ ਕਿ ਇਹਦਾ ਮਤਲਬ ਅਸੀਂ ਕੈਸ਼ ਪੇ ਕਰਤਾ ਹੋਣਾ। ਤਾਂ ਇੱਥੇ ਲਿਖਾਂਗੇ ਪਰਚੇਜ਼ ਆਫਿਸ ਸਪਲਾਈਜ਼, ਕਿਉਂਕਿ ਇਹ ਅਸੀਂ ਪਰਚੇਸ ਕੀਤਾ ਤਾਂ ਉਹਦਾ ਅਕਾਊਂਟ ਡੈਬਿਟ ਕੀਤਾ ਜਾਊਗਾ। ਅਤੇ ਫਿਰ ਅਸੀਂ ਉਹਨੂੰ ਕੀ ਕਰਾਂਗੇ, ਸੌਰੀ ਉਹਨਾਂ ਨੇ ਇਹ ਚੀਜ਼ ਸ਼ੋ ਕੀਤੀ ਇੱਥੇ ਵੀ ਕੈਸ਼ ਨਹੀਂ ਪੇ ਕੀਤਾ, ਯਾਨੀ ਕਿ ਉੱਥੇ ਕੈਸ਼ ਨਹੀਂ ਦਿੱਤਾ ਹੋਣਾ। ਤਾਂ ਇਸ ਦਾ ਮਤਲਬ ਕੀ ਆ, ਅਸੀਂ ਉਹਨੂੰ ਕ੍ਰੈਡਿਟ ਦੇ ਉੱਤੇ ਪੇ ਕੀਤਾ। ਤਾਂ ਇੱਥੇ ਲਿਖ ਲੈਣਾ ਅਕਾਊਂਟ ਪੇਬਲ, ਵੀ ਯਾਨੀ ਕਿ ਅਸੀਂ ਹਲੇ ਪੈਸੇ ਪੇ ਕਰਨੇ ਆ। ਤਾਂ ਇਹ ਚੀਜ਼ ਯਾਦ ਰੱਖਣੀ ਹੈ, ਜੇਕਰ ਕੈਸ਼ ਨਾ ਦਿੱਤਾ ਹੋਇਆ ਤਾਂ ਅਕਾਊਂਟ ਪੇਬਲ ਲਿਖ ਲੈਣਾ, ਜਾਂ ਉਹ ਪਰਸਨ ਦਾ ਨਾਮ ਜਿਹੜੇ ਪਰਸਨ ਤੋਂ ਅਸੀਂ ਪਰਚੇਜ਼ ਕੀਤੀ ਆ। ਦੇਖੋ 13 ਜਨਵਰੀ ਦੀ ਐਂਟਰੀ ਕੀ ਕਹਿ ਰਹੀ ਆ, ਪ੍ਰੋਵਾਈਡ ਦੀ ਸਰਵਿਸ ਟੂ ਦੀ ਕਸਟਮਰ ਐਂਡ ਰਿਸੀਵਡ 28,500 ਇਨ ਕੈਸ਼। ਹੁਣ ਤੁਸੀਂ ਕਿਸੇ ਕਸਟਮਰ ਨੂੰ ਸਰਵਿਸ ਦਿੱਤੀ ਆ ਅਤੇ ਤੁਹਾਨੂੰ ਉਹ ਤੋਂ ਕੈਸ਼ ਰਿਸੀਵ ਹੋਇਆ, ਇਸ ਦਾ ਮਤਲਬ ਕੀ ਆ ਵੀ ਤੁਹਾਡੇ ਕੋਲ ਕੈਸ਼ ਆਇਆ ਤਾਂ ਤੁਸੀਂ ਕੀ ਕਰੋਗੇ, ਕੈਸ਼ ਅਕਾਊਂਟ ਡੈਬਿਟ ਅਤੇ ਕਸਟਮਰ ਦਾ ਅਕਾਊਂਟ ਕੀ ਕਰੋਗੇ ਕ੍ਰੈਡਿਟ, ਵੀ ਕਸਟਮਰ ਤੋਂ ਲਈ ਆ ਜਾਂ ਸਰਵਿਸ ਰੈਵਨਿਊ ਲਿਖ ਲਾਂਗੇ। ਆਹ ਦੇਖੋ ਜੀ ਕੈਸ਼ ਅਕਾਊਂਟ ਡੈਬਿਟ ਕੀਤਾ ਇੰਨੇ ਨਾਲ, ਅਤੇ ਥੱਲੇ ਕੀ ਲਿਖ ਲਿਆ, ਜਿਹੜੀ ਚੀਜ਼ ਤੋਂ ਤੁਹਾਨੂੰ ਪੈਸੇ ਅਰਾਈਜ਼ ਹੋਏ। ਤਾਂ ਇੱਥੇ ਕੀ ਆਊਗਾ 28,500 ਦੇ ਨਾਲ ਐਂਟਰੀ ਪੈ ਜਾਏਗੀ, ਉੱਥੇ ਲਿਖ ਲਾਂਗੇ ਕੈਸ਼ ਰੈਵਨਿਊ। ਤਾਂ ਇਹ ਤੁਸੀਂ ਲਿਖ ਲੈਣਾ ਵਾ। ਨੈਕਸਟ ਹੈ ਸਾਡੇ ਕੋਲ 30th ਲਾਸਟ ਆ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਥੋੜ੍ਹੀਆਂ ਐਂਟਰੀਆਂ ਦਊਂਗਾ, ਤੁਸੀਂ ਉਹਨੂੰ ਕਾਪੀ ਦੇ ਉੱਤੇ ਸੋਲਵ ਕਰਨੀਆਂ, ਅਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਉਹਦਾ ਜਿਹੜਾ ਆਨਸਰ ਕੀ ਆ ਉਹਦੀ ਡਿਸਕਸ ਕਰਾਂਗੇ। ਤਾਂ ਦੇਖੋ 13th ਆ, ਇਹਦੇ ਵਿੱਚ ਕੀ ਕਹਿੰਦਾ, ਪੇਡ ਟੂ ਦੀ ਅਕਾਊਂਟਸ ਪੇਬਲ ਔਨ ਦੀ ਆਫਿਸ ਸਪਲਾਇਰ ਆਫ ਮਾਰਚ 4, ਵੀ ਜਿਹੜੀ ਆਪਾਂ 4 ਮਾਰਚ ਨੂੰ ਜਿਹੜੀ ਐਂਟਰੀ ਪਾਈ ਸੀ, ਜਿਹੜੇ ਬੰਦੇ ਨੂੰ ਅਸੀਂ ਪੈਸੇ ਦੇਣੇ ਸੀ, ਹੁਣ ਅਸੀਂ ਉਹ ਬੰਦੇ ਨੂੰ ਪੈਸੇ ਦੇਤੇ। ਤਾਂ ਇਸ ਦਾ ਮਤਲਬ ਕੀ ਆ, ਵੀ ਜਿਹੜਾ ਅਸੀਂ ਆਫਿਸ ਸਪਲਾਇਰ ਅਕਾਊਂਟ ਜਿਹੜਾ ਕੀਤਾ ਸੀਗਾ, ਡੈਬਿਟ ਕੀਤਾ ਸੀਗਾ, ਤਾਂ ਹੁਣ ਅਸੀਂ ਉਹਨੂੰ ਪੇ ਕਰਨਾ ਵਾ। ਉੱਥੇ ਅਸੀਂ ਲਿਖਿਆ ਸੀ ਨੋਟ ਪੇਬਲ, ਤਾਂ ਉਸ ਇੱਥੇ ਕੀ ਲਿਖ ਲਾਂਗੇ, ਨੋਟ ਪੇਬਲ ਅਕਾਊਂਟ ਡੈਬਿਟ ਟੂ ਕੈਸ਼। ਉਹਨੂੰ ਕੀ ਆ, ਕੈਸ਼ ਪੇ ਕਰਤਾ। ਤਾਂ ਇੱਥੇ ਲਿਖ ਲਾਂਗੇ 17,600 ਜਿਹੜੀ ਉਹਦੀ ਅਮਾਊਂਟ ਸੀ, ਕਿਉਂਕਿ ਉਹਨੇ ਕਿਹਾ ਸੀ ਨਾ 4 ਜਨਵਰੀ ਨੂੰ ਜਿਹੜੀ ਚੀਜ਼ ਤੁਸੀਂ ਪੇ ਕਰਨੀ ਸੀ ਉਹਦੇ ਪੈਸੇ ਪੇ ਕਰਤੇ। ਤਾਂ ਉਹਨੂੰ ਅਸੀਂ ਲਿਖ ਲਾਂਗੇ 17,600 ਰੁਪਇਆ ਅਸੀਂ ਕੈਸ਼ ਉਹਨੂੰ ਪੇ ਕਰਤਾ। ਆਈ ਹੋਪ ਤੁਹਾਨੂੰ ਇਹ ਐਂਟਰੀਜ਼ ਸਮਝ ਆਈਆਂ ਹੋਣਗੀਆਂ। ਜੇਕਰ ਸਮਝ ਨਾ ਆਈਆਂ ਤਾਂ ਮੈਨੂੰ ਜ਼ਰੂਰ ਕਮੈਂਟ ਦੇ ਬਾਕਸ ਵਿੱਚ ਲਿਖੋ, ਤਾਂ ਜੋ ਮੈਂ ਕੀ ਆ ਨੈਕਸਟ ਪਾਰਟ ਦੇ ਵਿੱਚ ਇਹਦੀ ਹੋਰ ਵੀ ਜਿਹੜੀਆਂ ਇੰਪਰੂਵਮੈਂਟ ਕਰਕੇ ਅਤੇ ਵਧੀਆ ਢੰਗ ਨਾਲ ਤੁਹਾਨੂੰ ਸਮਝਾ ਸਕਾਂ, ਅਤੇ ਉਸ ਤਰੀਕੇ ਨਾਲ ਇਹ ਐਂਟਰੀਜ਼ ਕਰਾਂਗੇ। ਨੈਕਸਟ ਦੇਖੋ ਆਹ ਐਂਟਰੀਜ਼ ਦਾ ਤੁਸੀਂ ਸਕਰੀਨਸ਼ਾਟ ਮਾਰਨਾ ਵਾ, ਅਤੇ ਇਹਨੂੰ ਕੀ ਕਰਨਾ, ਟਰਾਈ ਕਰਨਾ ਵੀ ਇਹਨੂੰ ਸੋਲਵ ਕੀਤਾ ਜਾਵੇ, ਅਤੇ ਹੋਰ ਵੀ ਟਰਾਈ ਕਰਿਓ ਵੀ ਇਹਨੂੰ ਈਜ਼ੀਲੀ ਸਮਝ ਕੇ ਨਾਲ ਦੀ ਨਾਲ ਕੀਤਾ ਜਾਵੇ। ਸਾਰੇ ਬੱਚੇ ਇਹਦਾ ਸਕਰੀਨਸ਼ਾਟ ਜ਼ਰੂਰ ਮਾਰ ਲਿਓ, ਅਤੇ ਇਹਦਾ ਸਕਰੀਨਸ਼ਾਟ ਮਾਰ ਕੇ ਤੁਸੀਂ ਐਂਟਰੀਆਂ ਪਾਸ ਕਰਨ ਦੀਆਂ ਕੋਸ਼ਿਸ਼ ਕਰਿਓ ਵੀ ਇਹਨੂੰ ਕਿਸ ਤਰੀਕੇ ਨਾਲ ਪਾਸ ਕੀਤਾ ਜਾ ਸਕਦਾ ਵਾ। ਅਤੇ ਜੇਕਰ ਕੋਈ ਪ੍ਰੋਬਲਮ ਆਈ ਤਾਂ ਮੈਨੂੰ ਜ਼ਰੂਰ ਦੱਸ ਦੇਣਾ ਵਾ, ਅਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦੇਣਾ ਵਾ। ਅਤੇ ਹੁਣ ਮੈਂ ਤੁਹਾਨੂੰ ਇਹਦਾ ਕੀ ਆ, ਅਤੇ ਇਹਦੇ ਬਾਅਦ ਜਿਹੜੀ ਆਨਸਰ ਕੀ ਆ ਆਪਾਂ ਨੈਕਸਟ ਸਲਾਈਡ ਦੇ ਵਿੱਚ ਜਾਂ ਨੈਕਸਟ ਜਿਹੜਾ ਪਾਰਟ ਹੋਏਗਾ ਉਹਦੇ ਵਿੱਚ ਡਿਸਕਸ ਕਰ ਲਾਂਗੇ। ਆਈ ਹੋਪ ਜੇਕਰ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਤਾਂ ਪਲੀਜ਼ ਸੈਸ਼ਨ ਨੂੰ ਜ਼ਰੂਰ ਲਾਈਕ ਕਰੋ, ਮੇਰੇ ਚੈਨਲ ਨਾਲ ਜੁੜੋ, ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਅਸੀਂ ਹੁਣ ਇਹਦੇ ਨੈਕਸਟ ਪਾਰਟ ਦੇ ਵਿੱਚ ਡਿਸਕਸ ਕਰਾਂਗੇ ਜਨਰਲ ਐਂਟਰੀਜ਼ ਦਾ ਹੋਰ ਜਿਹੜੇ ਇੰਪੋਰਟੈਂਟ ਪਾਰਟਸ ਨੇ ਉਹਦੇ ਬਾਰੇ, ਅਤੇ ਇੱਕ ਪੁਆਇੰਟ ਨੂੰ ਡਿਸਕਸ ਕਰਾਂਗੇ ਤਾਂ ਜੋ ਕੀ ਆ ਈਜ਼ੀਲੀ ਅਸੀਂ ਜਨਰਲ ਐਂਟਰੀ ਨੂੰ ਸਿੱਖ ਸਕੀਏ। ਜੇਕਰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਏਗੀ ਤਾਂ ਜ਼ਰੂਰ ਮੇਰੇ ਕਮੈਂਟ ਬਾਕਸ ਦੇ ਵਿੱਚ ਲਿਖੋ, ਜਾਂ ਮੇਰੇ ਨਾਲ ਜਿਸ ਮਰਜ਼ੀ ਵੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ, ਅਤੇ ਮੈਨੂੰ ਉੱਥੇ ਜ਼ਰੂਰ ਆਪਣੇ ਮੈਸੇਜ ਜਾਂ ਆਪਣੇ ਕਮੈਂਟਸ ਦੇ ਨਾਲ ਜ਼ਰੂਰ ਦੱਸਣਾ ਵਾ। ਥੈਂਕ ਯੂ ਸੋ ਮਚ ਅੱਜ ਦੇ ਸੈਸ਼ਨ ਦੇ ਲਈ, ਅਤੇ ਇਸੇ ਤਰੀਕੇ ਨਾਲ ਮੇਰੇ ਨਾਲ ਜੁੜੇ ਰਹੋ ਅਤੇ ਨੌਲੇਜ ਗੇਨ ਕਰਦੇ ਰਹੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।